ਪ੍ਰੀਤਮਾ ਦੋਮੇਲ ਦੇ ਕਹਾਣੀ ਸੰਗ੍ਰਹਿ ਕਸੁੰਭੜੇ ਦੇ ਫੁੱਲ ਵਿੱਚੋਂ ਕਹਾਣੀ ਚਮਕ। ਅਪ੍ਰੈਲ ਮਹੀਨੇ ਦੀ ਉਹ ਇੱਕ ਬੜੀ ਗਰਮ ਦੁਪਹਿਰ ਸੀ। ਤਬੀਅਤ ਖਰਾਬ ਹੋਣ ਕਰਕੇ ਉਹ ਅੱਜ ਸਕੂਲ ਨਹੀਂ ਸੀ ਗਈ। ਉਸੇ ਵੇਲੇ ਹੈਡਮਾਸਟਰ ਸਾਹਿਬ ਦਾ ਸੁਨੇਹਾ ਲੈ ਕੇ ਸਾਹੋ ਸਾਹ ਹੋਇਆ ਇੱਕ ਮੁੰਡਾ 5-6 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਉਸ ਦੇ ਸਾਹਮਣੇ ਆ ਖੜਾ ਹੋਇਆ। ਹੈਡਮਾਸਟਰ ਸਾਹਿਬ ਨੇ ਉਸ ਨੂੰ ਝਟਪਟ ਸਕੂਲ ਬੁਲਾਇਆ ਸੀ ਕਿਉਂਕਿ ਉਸ ਦੇ ਸਹੁਰੇ ਪਿੰਡੋਂ 2 ਕੁੜੀਆਂ ਉਸ ਨੂੰ ਵੇਖਣ ਆਈਆਂ ਸਨ। ਟੰਗਣੇ 'ਤੇ ਲਟਕਿਆ ਪੀਲੇ ਰੰਗ ਦਾ ਸੂਟ ਪਾ ਕੇ ਉਹ ਸਾਈਕਲ ਲੈ ਕੇ ਮੁੰਡੇ ਦੇ ਨਾਲ ਚੱਲ ਪਈ। ਜੇਕਰ ਆਮ ਦਿਨ ਹੁੰਦਾ ਤਾਂ ਇਸ ਵੇਲੇ ਨਦੀ ਦੀ ਗਰਮ ਰੇਤ 'ਚੋਂ ਲੰਘ ਕੇ ਜਾਣਾ ਉਸ ਨੂੰ ਅੱਧ ਮਰਿਆ ਕਰ ਦਿੰਦਾ, ਪਰ ਅਜੇ ਤਾਂ ਗੱਲ ਹੀ ਕੋਈ ਹੋਰ ਸੀ ਅਤੇ ਗਰਮੀ ਗਰਮ ਰੇਤ ਜਾਂ ਦੁਪਹਿਰ ਵੱਲ ਤਾਂ ਉਸ ਦਾ ਧਿਆਨ ਹੀ ਨਹੀਂ ਸੀ। ਉਹ ਤੇਜ਼ ਪੈਡਲ ਮਾਰਦੀ ਹੋਈ ਮੁੰਡੇ ਤੋਂ ਵੀ ਅੱਗੇ ਅੱਗੇ ਸਾਈਕਲ ਭਜਾਈ ਜਾ ਰਹੀ ਸੀ। 5-6 ਮਹੀਨੇ ਪਹਿਲਾਂ ਇੱਕ ਚੰਗੇ ਰੱਜੇ ਪੁੱਜੇ ਘਰਾਣੇ ਦੇ ਮੁੰਡੇ ਨਾਲ ਉਸ ਦੀ ਮੰਗਣੀ ਹੋ ਗਈ ਸੀ। ਉਸ ਦਾ ਸਹੁਰਾ ਬਿਜਲੀ ਮਹਿਕਮੇ ਵਿੱਚ ਕੋਈ ਅਫਸਰ ਲੱਗਿਆ ਹੋਇਆ ਸੀ। ਸਾਰੀ ਫੈਮਿਲੀ ਪੜ੍ਹੀ ਲਿਖੀ ਸੀ ਅਤੇ ਮੁੰਡਾ ਵੀ ਕੋਈ ਟ੍ਰੇਨਿੰਗ ਕਰ ਰਿਹਾ ਸੀ। ਮੁੰਡੇ ਦੇ ਬਾਪ ਨੇ ਆਪਣੇ ਕਿਸੇ ਪੁਰਾਣੇ ਰਿਸ਼ਤੇਦਾਰ ਦੇ ਰਸੂਖ ਕਰਕੇ ਬਿਨਾਂ ਕੁਝ ਪੁੱਛਿਆਂ ਦੱਸਿਆਂ ਮੰਗਿਆਂ ਹੀ ਰਿਸ਼ਤੇ ਲਈ ਹਾਂ ਕਰ ਦਿੱਤੀ ਸੀ, ਪਰ ਬਾਅਦ ਵਿੱਚ ਸੁਣਿਆ ਸੀ ਕਿ ਮੁੰਡਾ ਇਸ ਰਿਸ਼ਤੇ ਤੋਂ ਖੁਸ਼ ਨਹੀਂ ਸੀ। ਸ਼ਾਇਦ ਇਸੇ ਕਰਕੇ ਉਹਨਾਂ ਨੇ ਇਹਨਾਂ 6 ਮਹੀਨਿਆਂ ਵਿੱਚ ਮੰਗਣੀ ਦੀ ਨਾ ਕੋਈ ਰਸਮ ਕੀਤੀ ਸੀ ਅਤੇ ਨਾ ਕੋਈ ਸ਼ਗਨ ਪਾਇਆ ਸੀ। ਉੱਥੇ ਜਿਹੜੀ ਖਿਚੜੀ ਪੱਕਦੀ ਸੀ ਉਸ ਦੀ ਥੋੜ੍ਹੀ ਬਹੁਤੀ ਸੂ ਉਸ ਨੂੰ ਲੱਗਦੀ ਰਹਿੰਦੀ ਸੀ, ਕਿਉਂਕਿ ਉਸ ਸਾਰੇ ਇਲਾਕੇ ਵਿੱਚ ਉਹੀ ਇੱਕਮਾਤਰ ਸਕੂਲ ਸੀ ਜਿੱਥੇ JBT ਦੀ ਟ੍ਰੇਨਿੰਗ ਹੁੰਦੀ ਸੀ ਅਤੇ ਉਸਦੇ ਸਹੁਰੇ ਪਿੰਡ ਦੀਆਂ 2-3 ਕੁੜੀਆਂ ਵੀ ਇੱਥੇ ਪੜ੍ਹਨ ਆਉਂਦੀਆਂ ਸਨ। ਉਹਨਾਂ ਨੇ ਇਸ ਨੂੰ ਦੱਸਿਆ ਕਿ ਮੁੰਡਾ ਕਹਿੰਦਾ ਹੈ ਕਿ ਉਹ ਸੋਹਣੀ ਨਹੀਂ ਸੀ, ਉਸ ਦੀ ਉਮਰ ਵੱਡੀ ਹੈ ਅਤੇ ਉਸਦੇ ਮਾਪੇ ਵੀ ਕੋਈ ਬਹੁਤੇ ਤਕੜੇ ਨਹੀਂ ਸਨ। ਸੁਣ ਕੇ ਉਸ ਨੂੰ ਵਲੇਟ ਚੜ੍ਹਦੇ ਜਾਂਦੇ ਸਨ। ਉਸ ਵਿੱਚ ਕੀ ਕਮੀ ਹੈ, ਪੜ੍ਹੀ ਲਿਖੀ ਹੈ, ਹੋਰ 2-4 ਮਹੀਨਿਆਂ ਨੂੰ ਉਸ ਦੀ ਟ੍ਰੇਨਿੰਗ ਪੂਰੀ ਹੋ ਜਾਣ ਤੋਂ ਬਾਅਦ ਉਸਨੇ ਰੋਜ਼ਗਾਰ 'ਤੇ ਲੱਗ ਜਾਣਾ ਹੈ। ਬਾਪ ਉਸ ਦਾ ਫੌਜ ਵਿੱਚ ਅਫਸਰ ਹੈ, ਜ਼ਮੀਨ ਹੈ, ਘਰ ਹੈ, ਹੋਰ ਕੀ ਚਾਹੀਦਾ ਹੈ? ਸਭ ਕੁਝ ਤਾਂ ਹੈ, ਪਰ ਕੋਈ ਪੁੱਛੇ ਤਾਂ ਸਹੀ ਉਸ ਕੋਲੋਂ, ਕੋਈ ਉਸ ਨੂੰ ਕੁਝ ਕਹਿਣ ਦਾ ਮੌਕਾ ਤਾਂ ਦੇਵੇ। ਸਬਬੋਂ ਅੱਜ ਉਸ ਨੂੰ ਉਹ ਮੌਕਾ ਮਿਲ ਗਿਆ ਸੀ। ਬਸ ਡਰ ਉਸ ਨੂੰ ਇਹੋ ਹੀ ਸੀ ਕਿ ਕਦੇ ਕੁੜੀਆਂ ਬਹੁਤੀਆਂ ਤੇਜ਼ ਹੋਈਆਂ ਅਤੇ ਉਹ ਉਹਨਾਂ ਨੂੰ ਇੰਪ੍ਰੈਸ ਨਾ ਕਰ ਸਕੀ। ਫਿਰ ਹੈਡਮਾਸਟਰ ਸਾਹਿਬ ਨੇ ਕੁੜੀਆਂ ਨੂੰ ਸਕੂਲੋਂ ਹਟਵੇਂ ਕਿਸੇ ਘਰ ਦੀ ਬੈਠਕ ਵਿੱਚ ਬਿਠਾ ਦਿੱਤਾ ਹੋਇਆ ਸੀ। ਉਸਨੇ ਪਸੀਨਾ ਪੂੰਝ ਕੇ 5-7 ਮਿੰਟ ਕੁੜੀਆਂ ਦੀ ਸਟੱਡੀ ਕੀਤੀ। ਉਹ 18-20 ਸਾਲ ਦੀਆਂ ਪਤਲੀਆਂ ਲਗਰਾਂ ਜਿਹੀਆਂ, ਜਿਵੇਂ ਤਾਜ਼ੀਆਂ ਖਿੜੀਆਂ ਘਲੀਆਂ ਹੋਣ। ਧੁੱਪ ਵਿੱਚ ਪਸੀਨੋ ਪਸੀਨੀ ਹੋਈ ਪੱਕੇ ਰੰਗ ਦੀ ਆਪਣੀ ਹੋਣ ਵਾਲੀ ਭਰਜਾਈ ਨੂੰ ਦੇਖ ਕੇ ਉਹਨਾਂ ਨੇ ਨਿਰਾਸ਼ਾ ਜੀ ਵਿੱਚ ਇੱਕ ਦੂਜੀ ਵੱਲ ਤੱਕਿਆ, ਪਰ ਬੋਲੀਆਂ ਕੁਝ ਨਾ। ਥੋੜ੍ਹੀ ਦੇਰ ਬਾਅਦ ਮੂੰਹ ਹੱਥ ਧੋ ਕੇ ਉਹ ਘਰੋਂ ਡੱਬੇ ਵਿੱਚ ਲਿਆਂਦੀ ਹੋਈ ਕੜੀ ਨਾਲ ਥਾਲੀ ਵਿੱਚ ਰੋਟੀਆਂ ਰੱਖ ਕੇ ਉਹਨਾਂ ਨੂੰ ਖਵਾਉਣ ਲੱਗ ਪਈ। ਪੀਲੇ ਰੰਗ ਦੇ ਸੂਟ ਦੇ ਨਾਲ ਕੜੀ ਦਾ ਮਿਲਦਾ ਜੁਲਦਾ ਰੰਗ ਦੇਖ ਕੇ ਉਹ ਹੌਲੀ-ਹੌਲੀ ਮੁਸਕਰਾਈ ਜਾ ਰਹੀਆਂ ਸਨ। ਬਸ ਉਹਨਾਂ ਦੀ ਚੁੱਪ ਨੇ ਉਸ ਨੂੰ ਅਜਿਹੀ ਹਿੰਮਤ ਬਖਸ਼ੀ ਕਿ ਉਸਨੇ ਆਪਣੀ ਬਾਤ ਚਤਰਾਈ ਨਾਲ 1 ਘੰਟੇ ਦੀ ਮਿਹਨਤ ਨਾਲ ਕੁੜੀਆਂ ਨੂੰ ਬਿਲਕੁਲ ਮੋਹ ਲਿਆ ਅਤੇ ਘੰਟੇ ਕੁ ਮਗਰੋਂ ਜਦੋਂ ਉਹ ਬੱਸ 'ਤੇ ਚੜ੍ਹੀਆਂ ਤਾਂ ਉਸਨੇ ਨਾ ਕੇਵਲ ਆਪਣੀ ਮੰਗਣੀ ਹੀ ਪੱਕੀ ਕਰ ਦਿੱਤੀ, ਬਲਕਿ ਆਪਣੇ ਵਿਆਹ ਦੀ ਤਰੀਕ ਵੀ ਬੰਨ੍ਹ ਦਿੱਤੀ। ਉਸਨੇ ਅੱਖਾਂ ਵਿੱਚ ਅਥਰੂ ਭਰ ਕੇ ਡਾਢੇ ਹੀ ਮਸਕੀਨ ਤੇ ਮੋਹ ਭਿੱਜੇ ਲਹਿਜੇ ਵਿੱਚ ਆਪਣੀ ਵੱਡੀ ਨਣਦ ਨੂੰ ਕਿਹਾ, ਭੈਣ ਜੀ, ਬਸ ਹੁਣ ਤਾਂ ਡੋਰੀ ਤੁਹਾਡੇ ਹੀ ਹੱਥ ਹੈ। ਮੇਰੇ ਪਾਪਾ ਜੀ ਨੇ ਅਗਲੇ ਮਹੀਨੇ ਦੀ 10 ਤਰੀਕ ਨੂੰ ਬਰਫਾਂ ਲੱਦੇ ਬਾਰਡਰ 'ਤੇ ਚਲੇ ਜਾਣਾ, ਜਿੱਥੇ ਫਿਰ ਉਹਨਾਂ ਨੂੰ ਜਲਦੀ ਛੁੱਟੀ ਨਹੀਂ ਮਿਲਦੀ। ਜਦੋਂ ਉਹ ਬਾਰਡਰ 'ਤੇ ਜਾਂਦੇ ਆ ਨਾ, ਫਿਰ ਵਾਪਸ ਆਉਣ ਦੀ ਉਮੀਦ ਲਾ ਕੇ ਜਾਂਦੇ ਨੇ। ਪਤਾ ਨਹੀਂ ਉਹਨਾਂ ਨੇ ਫਿਰ ਕਦੇ ਮੁੜਨਾ ਵੀ ਹੈ ਕਿ ਨਹੀਂ। ਉਹ ਜਿਉਂਦੇ ਜੀ ਆਪਣੀ ਵੱਡੀ ਧੀ ਦੇ ਵਿਆਹ ਦੇ ਸਭ ਚਾਅ ਅਤੇ ਖੁਸ਼ੀਆਂ ਦੇਖਣੀਆਂ ਚਾਹੁੰਦੇ ਨੇ। ਕੀ ਤੁਸੀਂ ਉਹਨਾਂ ਨੂੰ ਇਹ ਖੁਸ਼ੀਆਂ ਨਹੀਂ ਦਿਓਗੇ? ਬਸ ਮੇਰੀ ਬੇਨਤੀ ਮੰਨ ਕੇ ਅਗਲੇ ਮਹੀਨੇ ਦੀ 7 ਤਰੀਕ ਦਾ ਵਿਆਹ ਰੱਖ ਦਿਓ। ਤੁਸੀਂ ਇਹੀ ਸਮਝੋ ਕਿ ਇਹ ਵਿਆਹ ਇਸ ਤਰੀਕ ਨੂੰ ਕਰਕੇ ਤੁਸੀਂ ਕਈ ਜਾਨਾਂ ਨੂੰ ਬਚਾ ਲਓਗੇ। ਭੋਲੀ ਮਾਸੂਮ ਕਾਲਜ ਵਿੱਚ ਪੜ੍ਹਦੀ ਉਸਦੀ ਗੁਲਾਬੀ ਰੰਗੇ ਲਿਬਾਸ ਵਿੱਚ ਲਿਪਟੀ ਨਣਦ ਤਰਸ ਹੋ ਗਈ। ਉਸਨੇ ਉਸਦੀ ਹਰ ਗੱਲ ਮੰਨਣ ਦਾ ਵੀ ਵਾਅਦਾ ਕਰ ਲਿਆ। ਅਗਲੇ 5-7 ਦਿਨਾਂ ਵਿੱਚ ਸਹੁਰਿਆਂ ਵੱਲੋਂ 7 ਤਰੀਕ ਦੇ ਵਿਆਹ ਦੀ ਚਿੱਠੀ ਮੰਗ ਲਈ ਗਈ। ਉਹ ਆਪਣੀ ਕਾਮਯਾਬੀ 'ਤੇ ਫੁੱਲੀ ਨਹੀਂ ਸੀ ਸਮਾਉਂਦੀ। ਉਸਦੇ ਘਰ ਵਿਆਹ ਦੀਆਂ ਜ਼ੋਰਾਂ ਸ਼ੋਰਾਂ ਨਾਲ ਤਿਆਰੀਆਂ ਹੋਣ ਲੱਗ ਪਈਆਂ। ਆਖਰ ਦਿਨ ਹੀ ਕਿੰਨੇ ਰਹਿ ਗਏ ਸਨ। ਹੁਣ ਜਦੋਂ ਕਿ ਸਭ ਕੁਝ ਉਸਦੀ ਮਰਜ਼ੀ ਮੁਤਾਬਕ ਹੀ ਹੋ ਰਿਹਾ ਸੀ, ਉਹ ਸੋਚਦੀ ਕਿਉਂ ਨਾ ਉਸਨੇ ਆਪਣੀਆਂ ਨਣਦਾਂ ਨੂੰ ਦੱਸ ਦਿੱਤਾ ਹੁੰਦਾ ਕਿ ਉਹ ਇਹੋ ਜਿਹੇ ਕੱਪੜੇ ਚਾਹੁੰਦੀ ਅਤੇ ਗਹਿਣਿਆਂ ਵਿੱਚ ਉਸਨੂੰ ਕੀ ਪਸੰਦ ਹੈ। ਖਾਸ ਕਰਕੇ ਉਹ ਸੋਨੇ ਦੀਆਂ ਚੂੜੀਆਂ ਦੀ ਮੰਗ ਤਾਂ ਜ਼ਰੂਰ ਰੱਖਣਾ ਚਾਹੁੰਦੀ ਸੀ। ਵਿਆਹ ਵਿੱਚ ਉਹ ਅਕਸਰ ਚੂੜੀਆਂ ਦੀ ਘਾਟ ਜ਼ਰੂਰ ਮਹਿਸੂਸ ਕਰਦੀ ਸੀ। ਗਲੇ ਦਾ ਹਾਰ, ਕਾਂਟੇ, ਝੁਮਕੇ, ਮੁੰਦਰੀ ਅਤੇ ਪੈਰਾਂ ਦੀਆਂ ਪੰਜੇਬਾਂ ਤਾਂ ਹਰ ਕੋਈ ਚਾਹੇ ਮਾੜਾ ਮੋਟਾ ਜਾਂ ਤਕੜਾ ਹੋਵੇ ਲੈ ਕੇ ਹੀ ਆਉਂਦਾ ਹੈ, ਪਰ ਸੋਨੇ ਦੀਆਂ ਚੂੜੀਆਂ ਕੋਈ ਵਿਰਲਾ ਹੀ ਪਾਉਂਦਾ ਸੀ ਅਤੇ ਉਸ ਕੁੜੀ ਨੂੰ ਬੜੀ ਭਾਗਾਂ ਵਾਲੀ ਸਮਝਿਆ ਜਾਂਦਾ ਸੀ ਜਿਹਦੇ ਸਹੁਰੇ ਸੋਨੇ ਦੇ ਕੜੇ ਜਾਂ ਚੂੜੀਆਂ ਲੈ ਕੇ ਆਉਂਦੇ ਸਨ।
ਉਹ ਮਨ ਹੀ ਮਨ ਆਪਣੀਆਂ ਬਾਹਾਂ ਵਿੱਚ ਚੂੜੀਆਂ ਦੀ ਕਲਪਨਾ ਬਹੁਤ ਪਹਿਲਾਂ ਤੋਂ ਕਰ ਚੁੱਕੀ ਸੀ। ਉਸ ਨੂੰ ਯਕੀਨ ਸੀ ਕਿ ਉਸਦੇ ਸਹੁਰੇ ਚੰਗੇ ਖਾਂਦੇ ਪੀਂਦੇ ਲੋਕ ਹਨ, ਸੋਨੇ ਦੀਆਂ ਚੂੜੀਆਂ ਤਾਂ ਪਾਉਣਗੇ ਹੀ, ਪਰ ਫਿਰ ਵੀ ਜੇ ਕਦੇ ਉਹ ਆਪਣੀ ਵੱਡੀ ਨਣਦ ਅੱਗੇ ਆਪਣੀ ਇਹ ਇੱਛਾ ਰੱਖ ਦਿੰਦੀ ਤਾਂ ਉਸਨੇ ਜ਼ਰੂਰ ਪੂਰੀ ਕਰਵਾ ਦੇਣੀ ਸੀ। ਪਰ ਉਸ ਵੇਲੇ ਤਾਂ ਉਸਦੇ ਧਿਆਨੋਂ ਹੀ ਇਹ ਗੱਲ ਉਤਰ ਗਈ। ਹੁਣ ਕੀ ਹੋ ਸਕਦਾ ਸੀ? ਬਸ ਹੁਣ ਤਾਂ ਉਸ ਨੂੰ 7 ਤਰੀਕ ਦੀ ਉਡੀਕ ਸੀ, ਜਦੋਂ ਹੋਰ ਗਹਿਣਿਆਂ ਦੇ ਨਾਲ ਸੋਹਣੀਆਂ ਭਾਰੀਆਂ ਭਾਰੀਆਂ ਚੂੜੀਆਂ ਆਪਣੀਆਂ ਬਾਹਾਂ ਵਿੱਚ ਪਹਿਨੇਗੀ। ਵਿਆਹ ਵਿੱਚ 3-4 ਦਿਨ ਰਹਿੰਦੇ ਸਨ ਜਦ ਉਸਦੀ ਸਹੇਲੀ ਮਨਜੀਤ ਨੇ ਕਿਹਾ, ਕੁੜੇ ਤੇਰੀਆਂ ਨਣਦਾਂ ਚੂੜੀਆਂ ਦਾ ਨਾਪ ਤਾਂ ਲੈ ਕੇ ਹੀ ਗਈਆਂ ਹੋਣਗੀਆਂ। ਦੇਖ, ਚੂੜੇ ਦੇ ਆਸ-ਪਾਸ ਸੋਨੇ ਦੀਆਂ 2-2 ਚੂੜੀਆਂ ਹੋਣ ਤਾਂ ਚੂੜੇ ਦੀ ਸ਼ਾਨ ਹੀ ਨਿਰਾਲੀ ਹੋ ਜਾਂਦੀ ਹੈ। ਤੇਰੇ ਸਹੁਰੇ ਤਾਂ ਸੁਣੇ ਚੰਗੇ ਪੈਸੇ ਵਾਲੇ ਆ, ਤੂੰ ਤਾਂ ਭਾਵੇਂ ਚੂੜੀਆਂ ਦੇ ਨਾਲ ਨਾਲ ਸੋਨੇ ਦੇ 2-2 ਕੰਗਣ ਵੀ ਬਣਵਾ ਲਈ। ਉਸ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਚੰਗੀਆਂ ਲੱਗਦੀਆਂ ਸਨ। ਠੀਕ ਹੈ, ਉਹ ਕੰਗਣ ਵੀ ਬਣਵਾਏਗੀ। ਉਹ ਸੋਚਦੀ ਕਿਤੇ ਦੀ ਕਿਤੇ ਪਹੁੰਚ ਜਾਂਦੀ ਹੈ। ਆਖਰ ਵਿਆਹ ਵਾਲਾ ਦਿਨ ਆ ਪੁੱਜਾ। ਪੂਰੇ ਵਾਜੇ ਗਾਜੇ ਨਾਲ ਬਰਾਤ ਟੁੱਕੀ। ਉਸ ਦਾ ਲਾੜਾ ਬੜਾ ਹੀ ਸੁਨੱਖਾ, ਸਾਊ ਤੇ ਬੀਬਾ ਰਾਣਾ ਜਿਹਾ ਸੀ। ਸਭ ਨੇ ਤਾਰੀਫਾਂ ਦੇ ਪੁੱਲ ਬੰਨੇ। ਹੱਸਦੇ ਖੇਡਦੇ ਵਿਆਹ ਦੀਆਂ ਸਭ ਰਸਮਾਂ ਪੂਰੀਆਂ ਹੋ ਗਈਆਂ ਤੇ ਉਹ ਮਾਂ ਬਾਪ ਭੈਣ ਭਰਾਵਾਂ ਦੀ ਗੱਲ ਲੱਗ ਕੇ ਹੁਬਕੀ ਰੋਂਦੀ ਬਿਤਾ ਹੋ ਗਈ। ਅਗਲੇ ਦਿਨ ਸਹੁਰਿਆਂ ਨੇ ਉਸ ਦਾ ਪੇਕਾ ਸੂਟ ਲਵਾ ਕੇ ਆਪਣਾ ਵਰੀ ਦਾ ਸੂਟ ਤੇ ਗਹਿਣੇ ਪਵਾ ਦਿੱਤੇ। ਦੇਖ ਕੇ ਉਸ ਦਾ ਦਿਲ ਬੈਠ ਗਿਆ। ਉਸ ਦੀਆਂ ਬਾਹਾਂ ਨੂੰ ਚੂੜੀਆਂ ਨਸੀਬ ਨਾ ਹੋਈਆਂ। ਉਹ ਪਰੇਸ਼ਾਨ ਹੋ ਗਈ। ਪੇਕੇ ਜਾ ਕੇ ਉਹ ਆਪਣੀ ਸਹੇਲੀਆਂ ਨੂੰ ਕੀ ਮੂੰਹ ਦਿਖਾਏਗੀ, ਕਿਉਂਕਿ ਸੋਨੇ ਦੀਆਂ ਚੂੜੀਆਂ ਦੀ ਗਿਣਤੀ ਤੇ ਭਾਰੇਪਣ ਤੋਂ ਹੀ ਸਹੁਰਿਆਂ ਦੀ ਮਾਇਕ ਹਾਲਤ ਦਾ ਅੰਦਾਜ਼ਾ ਲਗਾਇਆ ਜਾਂਦਾ ਸੀ। ਆਖਰ ਉਸਨੇ ਸਿਚੁਏਸ਼ਨ ਤੋਂ ਬਚਣ ਦਾ ਹੱਲ ਸੋਚ ਲਿਆ। ਜਦੋਂ ਪੇਕੇ ਫੇਰਾ ਪਾਉਣ ਗਈ ਤਾਂ ਉਸਨੇ ਸਭ ਨੂੰ ਕਹਿ ਦਿੱਤਾ ਕਿ ਉਸਦੀਆਂ ਚੂੜੀਆਂ ਬਹੁਤ ਵੱਡੀਆਂ ਬਣ ਗਈਆਂ ਸਨ, ਜੋ ਉਸਦੀਆਂ ਬਾਹਾਂ 'ਚੋਂ ਨਿਕਲ ਜਾਂਦੀਆਂ ਸਨ, ਸੋ ਉਹ ਸੁਨਿਆਰੇ ਕੋਲ ਠੀਕ ਹੋਣ ਲਈ ਗਈਆਂ ਹਨ। ਇਸ ਤਰ੍ਹਾਂ ਵੇਲਾ ਸਾਂਭਿਆ ਗਿਆ, ਪਰ ਮੁੜ ਕੇ ਉਸ ਨੂੰ ਚੂੜੀਆਂ ਨਾ ਜੁੜੀਆਂ। ਭਾਵੇਂ ਉਸਦੇ ਪਤੀ ਨੂੰ ਵੀ ਚੰਗੀ ਤਨਖਾਹ ਮਿਲਦੀ ਸੀ, ਪਰ ਕਈ ਹੋਰ ਲੋੜਾਂ ਮੂੰਹ ਖੋਲੇ ਖੜੀਆਂ ਸਨ ਤੇ ਚੂੜੀਆਂ ਕਿਸੇ ਹੋਰ ਵੇਲੇ ਲਈ ਅੱਗੇ ਟਾਲ ਦਿੱਤੀਆਂ ਗਈਆਂ। ਫਿਰ ਉਸ ਦਾ ਵੱਡਾ ਬੇਟਾ ਜੰਮ ਪਿਆ ਤੇ ਹੋਰ 2 ਸਾਲਾਂ ਬਾਅਦ ਛੋਟਾ ਵੀ ਆ ਗਿਆ। ਖਰਚ ਵੱਧ ਗਏ। ਘਰ ਵਿੱਚ ਭਾਵੇਂ ਕਿਸੇ ਚੀਜ਼ ਦੀ ਤੰਗੀ ਨਹੀਂ ਸੀ, ਪਰ ਸਹੁਰੇ ਦੀਆਂ 4-4 ਬੇਟੀਆਂ ਦੀ ਪੜ੍ਹਾਈ ਲਿਖਾਈ ਤੇ ਗ੍ਰਸਤੀ ਦੇ ਹੋਰ ਸੈਂਕੜੇ ਖਰਚ, ਬਸ ਚੂੜੀਆਂ ਬਣਨ ਦਾ ਜੁਗਾੜ ਹੀ ਨਹੀਂ ਸੀ ਬਣਦਾ। ਉਸ ਦੀ ਸਹੇਲੀ ਮਨਜੀਤ ਦੀ ਸ਼ਾਦੀ ਤੇ ਉਹ ਪੇਕੇ ਗਈ। ਮਨਜੀਤ ਨੇ ਉਸ ਦੀਆਂ ਸੁੰਨੀਆਂ ਬਾਹਾਂ ਵੇਖ ਕੇ ਮੂਕ ਸਵਾਲ ਕੀਤਾ ਤੇ ਉਸਨੇ ਵੀ ਮੂਕ ਹੀ ਜਵਾਬ ਦੇ ਦਿੱਤਾ। ਉਂਝ ਭਾਵੇਂ ਉਹ ਵਿਆਹ ਦੇ ਰੌਲੇ ਗੋਲੇ ਵਿੱਚ ਰੁੱਝੀ ਰਹੀ, ਪਰ ਉਸ ਦਾ ਧਿਆਨ ਮੁੜ ਆਪਣੀਆਂ ਖਾਲੀ ਬਾਹਾਂ ਵੱਲ ਤੁਰ ਜਾਂਦਾ। ਮਨਜੀਤ ਦਾ ਵਿਆਹ ਹੋ ਗਿਆ ਤਾਂ ਉਸਨੇ ਅਗਲੇ ਦਿਨ ਪਰਤ ਆਉਣਾ ਸੀ, ਪਰ ਪਤਾ ਨਹੀਂ ਕੀ ਸੋਚ ਕੇ ਉਹ ਮਨਜੀਤ ਦੇ ਵਾਪਸ ਆਉਣ ਦੀ ਉਡੀਕ ਵਿੱਚ ਇੱਕ ਦਿਨ ਹੋਰ ਠਹਿਰ ਗਈ। ਮਨਜੀਤ ਵਾਪਸ ਆਈ ਤਾਂ ਹੋਰ ਗਹਿਣੇ ਦੇ ਨਾਲ ਉਸਦੀਆਂ ਗੋਰੀਆਂ ਬਾਹਾਂ ਵਿੱਚ 4-4 ਚੂੜੀਆਂ ਚਮਕ ਰਹੀਆਂ ਸਨ। ਮਨਜੀਤ ਜਿਵੇਂ ਫਕਰ ਨਾਲ ਆਪਣਾ ਸਿਰ ਉੱਚਾ ਕਰੀ ਸਭ ਨੂੰ ਆਪਣੇ ਚੂੜੀਆਂ ਦੀ ਬੇਪਨਾਹ ਚਮਕ ਨਾਲ ਚਕਾਚੌਂਧ ਕਰੀ ਜਾ ਰਹੀ ਸੀ। ਉਹਨਾਂ ਚਮਕਦੀਆਂ ਚੂੜੀਆਂ ਦਾ ਭਾਵੇਂ ਕੋਈ ਸਿੱਧਾ ਸੰਬੰਧ ਉਸ ਦੀ ਕਿਸਮਤ ਜਾਂ ਉਸ ਦੀ ਆਰਥਿਕ ਹਾਲਤ ਨਾਲ ਨਹੀਂ ਸੀ ਜੁੜਿਆ ਹੋਇਆ, ਪਰ ਉਸ ਨੂੰ ਲੱਗਿਆ ਜਿਵੇਂ ਉਹ ਬਹੁਤ ਛੋਟੀ ਹੋ ਗਈ ਸੀ, ਜਿਵੇਂ ਕਿਸੇ ਨੇ ਚੁਰਾਹੇ ਵਿੱਚ ਉਸ ਨੂੰ ਖੜਾ ਕਰਕੇ ਉਸ ਦੇ ਪਰਿਵਾਰ ਦੀ ਗਰੀਬੀ ਦਾ ਪੋਲ ਖੋਲ੍ਹਿਆ ਹੋਵੇ, ਜਿਵੇਂ ਉਹ ਤੇ ਮਨਜੀਤ ਇੱਕ ਦੂਜੇ ਤੋਂ ਬਹੁਤ ਦੂਰ ਚਲੀਆਂ ਗਈਆਂ ਹੋਣ। ਉਹ ਬਹੁਤ ਹੀ ਉਦਾਸ ਤੇ ਥੱਕੀ ਹੋਈ ਪੇਕਿਆਂ ਤੋਂ ਵਾਪਸ ਆਈ। ਫਿਰ ਬਹੁਤ ਦਿਨਾਂ ਤੱਕ ਉਸ ਦਾ ਮਨ ਕਿਸੇ ਕੰਮ ਵਿੱਚ ਨਹੀਂ ਸੀ ਲੱਗਿਆ। ਉਹ ਬੱਚਿਆਂ ਨੂੰ ਨਿੱਕੀ ਗੱਲ ਤੇ ਡਾਂਟਦੀ ਰਹਿੰਦੀ, ਪਤੀ ਨਾਲ ਵੀ ਉਹ ਖਿਜੀ ਰਹਿੰਦੀ। ਹੁਣ ਤਾਂ ਉਹ ਉਸ ਦਿਨ ਨੂੰ ਉਡੀਕਣ ਲੱਗੀ ਜਦ ਉਹ ਖੁਦ ਕਮਾਏਗੀ ਤੇ ਫਿਰ ਆਪਣੇ ਪੈਸੇ ਜੋੜ ਕੇ ਆਪਣੀਆਂ ਚੂੜੀਆਂ ਦੀ ਰੀਝ ਪੂਰੀ ਕਰੇਗੀ। ਥੋੜ੍ਹੇ ਟਾਈਮ ਬਾਅਦ ਹੀ ਉਸ ਨੂੰ ਸਰਕਾਰੀ ਨੌਕਰੀ ਮਿਲ ਗਈ ਤੇ ਉਹ ਦੂਜੇ ਸ਼ਹਿਰ ਰਹਿਣ ਲੱਗ ਪਈ। ਛੋਟੇ 2 ਬੱਚੇ, ਟਾਈਮ 'ਤੇ ਸਕੂਲ ਜਾਣਾ, ਸੋ ਉਹਨਾਂ ਦੀ ਦੇਖਭਾਲ ਲਈ ਇੱਕ ਮਾਈ ਰੱਖਣੀ ਪਈ। 2 ਕਮਰਿਆਂ ਦਾ ਮਕਾਨ ਕਿਰਾਏ 'ਤੇ ਲੈਣਾ ਪਿਆ। ਬਸ ਸਾਰੇ ਪੈਸੇ ਖਰਚ ਹੋ ਜਾਂਦੇ। ਬੱਚਿਆਂ ਦੇ ਦੁੱਧ ਦਾ ਖਰਚ, ਕੱਪੜੇ ਕਢਾਉਣੇ ਤੇ ਉਹਨਾਂ ਦੀਆਂ ਹੋਰ ਛੋਟੀਆਂ-ਮੋਟੀਆਂ ਲੋੜਾਂ, ਪੈਸੇ ਅਕਸਰ ਥੁੜ ਜਾਂਦੇ। ਕਦੇ ਸਹੁਰਾ ਕੁਝ ਦੇ ਜਾਂਦਾ, ਕਦੇ ਪਤੀ, ਬਸ ਐਵੇਂ ਆਈ ਚਲਾਈ ਹੀ ਚੱਲਦੀ। ਪੈਸੇ ਬਚਦੇ ਬਿਲਕੁਲ ਵੀ ਨਾ। ਫਿਰ ਛੋਟੇ ਦੇਵਰ ਦਾ ਵਿਆਹ ਹੋਇਆ। ਉਹ ਸੋਚਦੀ, ਹੁਣ ਜਦੋਂ ਉਸ ਦਾ ਸਹੁਰਾ ਉਸ ਦੀ ਦਰਾਣੀ ਲਈ ਹੋਰ ਗਹਿਣਿਆਂ ਨਾਲ ਚੂੜੀਆਂ ਬਣਵਾਏਗਾ ਤਾਂ ਉਹ ਵੀ ਮੂੰਹ ਪਾੜ ਕੇ ਕਹਿ ਦੇਵੇਗੀ। ਆਖਰ ਉਸ ਦਾ ਵੀ ਤਾਂ ਹੱਕ ਹੈ ਉਸ ਘਰ 'ਤੇ, ਪਰ ਉਸ ਨੂੰ ਛੁੱਟੀ ਕੇਵਲ ਵਿਆਹ ਵਾਲੇ ਦਿਨ ਹੀ ਮਿਲ ਸਕੀ। ਉਸ ਨੂੰ ਕੋਈ ਪਤਾ ਨਾ ਲੱਗਿਆ ਕਿ ਕੀ ਗਹਿਣੇ ਕੱਪੜੇ ਬਣਵਾਏ ਸਨ, ਪਰ ਜਦ ਉਸ ਦੀ ਦਰਾਣੀ ਨੂੰ ਸਹੁਰਿਆਂ ਦੇ ਗਹਿਣੇ ਕੱਪੜੇ ਪਵਾਏ ਗਏ ਤਾਂ ਦਰਾਣੀ ਦੀਆਂ ਬਾਹਾਂ ਵਿੱਚ ਚੂੜੀਆਂ ਨਾ ਦੇਖ ਕੇ ਭਾਵੇਂ ਪਲ ਤੋਂ ਪਲ ਉਸ ਨੂੰ ਤਸੱਲੀ ਹੋਈ ਕਿ ਉਸ ਦਾ ਸਵੈਮਾਨ ਬਚ ਗਿਆ ਸੀ, ਪਰ ਦਰਾਣੀ ਦੀ ਉਦਾਸੀ ਨੇ ਉਸ ਦੇ ਮਨ ਨੂੰ ਟੁੰਬਿਆ ਤੇ ਉਸ ਨੂੰ ਦਿਲਾਸਾ ਦਿੰਦੇ ਹੋਏ ਉਸ ਨੂੰ ਕਿਹਾ, ਦੁਖੀ ਨਾ ਹੋ ਭੈਣ, ਹੁਣ ਆਪਾਂ ਦੋਵੇਂ ਭੈਣਾਂ ਮਾਡਰਨ ਡਿਜ਼ਾਈਨ ਦੀਆਂ ਇੱਕੋ ਜਿਹੀਆਂ ਚੂੜੀਆਂ ਬਣਵਾਵਾਂਗੀਆਂ। ਫਿਰ ਦੋਵੇਂ ਪਤੀ ਪਤਨੀ ਬਦਲੀ ਕਰਵਾ ਕੇ ਇੱਕੋ ਸ਼ਹਿਰ ਵਿੱਚ ਆ ਗਏ। ਵੱਡੇ ਬੱਚੇ ਸਕੂਲ ਜਾਣ ਲੱਗ ਪਏ। ਸਕੂਲੋਂ ਨਿਕਲ ਕੇ ਕਾਲਜ ਵਿੱਚ ਪੜ੍ਹਨ ਲੱਗ ਪਏ। ਇਸ ਦੌਰਾਨ ਉਹਨਾਂ ਨੇ ਪਲਾਟ ਖਰੀਦ ਕੇ ਆਪਣਾ ਘਰ ਵੀ ਬਣਾ ਲਿਆ। ਕਦੇ ਪੈਸੇ ਟੁੱਕਰ ਵੱਲੋਂ ਬੜੇ ਔਖੇ ਹੁੰਦੇ, ਪਰ ਜਿਵੇਂ ਕਿਵੇਂ ਗੱਡੀ ਰਿੜ੍ਹਦੀ ਗਈ। ਛੋਟਾ ਮੁੰਡਾ ਹਾਲਾਂ ਕਾਲਜ ਵਿੱਚ ਹੀ ਪੜ੍ਹਦਾ ਪਿਆ ਸੀ ਜਦ ਵੱਡਾ ਬੇਟਾ ਆਪਣਾ ਬਿਜ਼ਨਸ ਸ਼ੁਰੂ ਕਰ ਬੈਠਾ। ਕਾਫੀ ਪੈਸਾ ਲੋੜੀਂਦਾ ਸੀ। ਕੁਝ ਆਪਣਾ, ਕੁਝ ਸਕੇ ਸੰਬੰਧੀਆਂ ਤੋਂ ਲਿਆ ਕੇ, ਬਾਕੀ ਲੋਨ ਲੈ ਕੇ ਕੰਮ ਚਾਲੂ ਕਰ ਦਿੱਤਾ।
ਚੰਗੀ ਕਿਸਮਤ ਮੁੰਡੇ ਦਾ ਕੰਮ ਕਾਫੀ ਚੰਗਾ ਚੱਲ ਪਿਆ। ਬਸ ਫੇਰ ਕੀ ਸੀ, ਮੁੰਡਾ ਸੋਹਣਾ ਸੁਨੱਖਾ ਤੇ ਰੋਜ਼ਗਾਰ ਤੇ ਲੱਗਿਆ ਦੇਖ ਕੇ ਰਿਸ਼ਤੇ ਆਉਣ ਲੱਗ ਪਏ ਤੇ ਆਖਰ ਇੱਕ ਅਜਿਹਾ ਚੰਗਾ ਘਰ ਮਿਲ ਗਿਆ ਕਿ ਉਹਨਾਂ ਨੇ ਝੱਟ ਮੰਗਣੀ ਤੇ ਪੱਟ ਵਿਆਹ ਵਾਲੀ ਸ਼ਰਤ ਮੰਨ ਕੇ ਵਿਆਹ ਲਈ ਹਾਮੀ ਭਰ ਦਿੱਤੀ। ਭਾਵੇਂ ਉਹਨਾਂ ਨੇ ਜਲਦੀ ਵਿਆਹ ਵਾਲੀ ਗੱਲ ਮੰਨ ਲਈ, ਕਿਉਂਕਿ ਕੁੜੀ ਦੀ ਵੱਡੀ ਭੈਣ ਨੇ ਅਗਲੇ ਮਹੀਨੇ ਪਤੀ ਨਾਲ ਅਮਰੀਕਾ ਤੁਰ ਜਾਣਾ ਸੀ। ਸੋ ਵਿਆਹ ਬਹੁਤ ਹੀ ਥੋੜ੍ਹੇ ਸਮੇਂ ਵਿੱਚ ਕਰ ਦੇਣ ਦਾ ਫੈਸਲਾ ਕੀਤਾ ਗਿਆ। ਪਰ ਉਹਨਾਂ ਦੇ ਹੱਥ ਪੱਲੇ ਤੋਂ ਕੁਝ ਵੀ ਨਹੀਂ ਸੀ। ਵੱਡੇ ਮੁੰਡੇ ਦੇ ਬਿਜ਼ਨਸ ਨੂੰ ਸਫਲ ਬਣਾਉਣ ਲਈ ਉਹਨਾਂ ਨੇ ਆਪਣੇ ਵਿੱਤੋਂ ਵੱਧ ਪੂੰਜੀ ਉਸ ਵਿੱਚ ਲਗਾ ਦਿੱਤੀ। ਪਰ ਉਹ ਆਪਣੀ ਨੂੰਹ ਲਈ ਰੀਝਾਂ ਨਾਲ ਸਾਰੇ ਗਹਿਣੇ ਬਣਾਉਣੇ ਚਾਹੁੰਦੀ ਸੀ ਤੇ ਖਾਸ ਕਰਕੇ ਚੂੜੀਆਂ ਦਾ ਜਿਹੜਾ ਖੱਪਾ ਸਾਰੀ ਉਮਰ ਉਸ ਦੀ ਛਾਤੀ ਵਿੱਚ ਪਿਆ ਰਿਹਾ, ਉਹ ਕਿਸੇ ਤਰ੍ਹਾਂ ਵੀ ਆਪਣੀ ਨੂੰਹ ਨੂੰ ਵਿਰਸੇ ਵਿੱਚ ਨਹੀਂ ਸੀ ਦੇਣਾ ਚਾਹੁੰਦੀ। ਉਹ ਕਦੇ ਵੀ ਇਹ ਗੱਲ ਨਹੀਂ ਸੀ ਭੁੱਲੀ ਕਿ ਕਿਵੇਂ ਉਸ ਦੀ ਵਿਆਹੀ ਜ਼ਿੰਦਗੀ ਦੇ ਬੀਤੇ 25 ਸਾਲਾਂ ਵਿੱਚ ਹੋਏ ਹਰ ਵਿਆਹ ਵਿੱਚ ਉਸ ਦੀਆਂ ਬਾਹਾਂ ਨੇ ਚੀਖ ਕੇ ਚੂੜੀਆਂ ਦੀ ਮੰਗ ਕੀਤੀ ਸੀ ਤੇ ਉਹ ਉਸ ਨੂੰ ਹੁਣ ਤੱਕ ਨਸੀਬ ਨਹੀਂ ਸਨ ਹੋਈਆਂ। ਨਹੀਂ, ਉਹ ਕਦੀ ਵੀ ਆਪਣੀ ਨੂੰਹ ਨੂੰ ਇਹ ਘਾਟ ਮਹਿਸੂਸ ਨਹੀਂ ਹੋਣ ਦੇਵੇਗੀ, ਉਹ ਸੋਚਦੀ। ਵਿਆਹ ਦਾ ਦਿਨ ਨੇੜੇ ਆਈ ਜਾ ਰਿਹਾ ਸੀ ਤੇ ਆਪਣੀ ਜੇਬ ਦੀ ਹਾਲਤ ਦੇਖ ਕੇ ਉਸ ਦਾ ਦਿਲ ਬੈਠੀ ਜਾ ਰਿਹਾ ਸੀ। ਆਖਿਰ ਉਸਨੇ ਸੋਚਿਆ, ਮੈਂ ਆਪਣੇ ਗਹਿਣੇ ਕਾਹਦੇ ਵਾਸਤੇ ਰੱਖਣੇ ਹਨ? ਉਹ ਸਾਰੇ ਗਹਿਣੇ ਬੜੇ ਭਾਰੇ ਤੇ ਵਧੀਆ ਸੋਨੇ ਦੇ ਬਣੇ ਹੋਏ ਸਨ। ਉਹ ਸੁਨਿਆਰੇ ਕੋਲ ਜਾ ਕੇ ਨਵੇਂ ਹੋ ਕੇ ਆ ਗਏ। ਕੱਪੜੇ ਵੀ ਬੜੇ ਸੋਹਣੇ ਮਾਡਰਨ ਟਾਈਪ ਦੇ, ਕੁੜੀ ਦੀ ਮਰਜ਼ੀ ਦੇ ਖਰੀਦੇ ਗਏ। ਚੀਜ਼ਾਂ ਦੇ ਭਾਅ ਆਕਾਸ਼ ਨੂੰ ਛੂੰਹਦੇ ਸਨ। ਖਰਚ ਕਾਬੂ ਵਿੱਚ ਨਹੀਂ ਸੀ ਆਉਂਦੇ ਪਏ। ਕੁੜੀ ਚੰਗੇ ਤਗੜੇ ਘਰ ਦੀ ਸੀ। ਉਹਨਾਂ ਦੇ ਮੁਕਾਬਲੇ ਦਾ ਸਾਰਾ ਕੁਝ ਕਰਨ ਵਿੱਚ ਖਰਚ ਡਬਲ ਹੋ ਗਿਆ। ਬਾਕੀ ਸਾਰਾ ਕੁਝ ਪੂਰਾ ਹੋ ਗਿਆ, ਕਮੀ ਸਿਰਫ ਚੂੜੀਆਂ ਦੀ ਰਹਿ ਗਈ ਸੀ। ਚੂੜੀਆਂ ਹੀ ਤਾਂ ਉਸ ਦੀ ਜ਼ਿੰਦਗੀ ਦਾ ਉਹ ਰਿਸ਼ਤਾ ਹੋਇਆ ਫੋੜਾ ਸੀ ਜੋ ਪਿਛਲੇ 25 ਸਾਲਾਂ ਤੋਂ, ਜਦ ਤੋਂ ਉਸਨੇ ਆਪਣੀ ਸਹੇਲੀ ਮਨਜੀਤ ਦੀਆਂ ਚੂੜੀਆਂ ਦੀ ਚਮਕ ਬਿਜਲੀ ਵਾਂਗੂ ਆਪਣੇ ਦਿਲ ਉੱਪਰ ਡਿੱਗਦੀ ਹੋਈ ਮਹਿਸੂਸ ਕੀਤੀ ਸੀ, ਬਰਾਬਰ ਚੀਸਾਂ ਮਾਰਦਾ ਰਿਹਾ ਸੀ, ਜਿਸ ਨੇ ਉਸ ਨੂੰ ਬੀਤੇ ਹਰ ਪਲ ਬੇਚੈਨ ਤੇ ਬੇਆਰਾਮ ਕਰ ਰੱਖਿਆ ਸੀ। ਇੰਨੀਆਂ ਸੋਹਣੀਆਂ ਤੇ ਇੰਨੀਆਂ ਚਮਕਦਾਰ ਚੂੜੀਆਂ, ਵਾਹ! ਬਿਜਲੀ ਜਿਵੇਂ ਇੱਕ ਵਾਰ ਫੇਰ ਉਸ ਦੇ ਜ਼ਿਹਨ ਉੱਤੇ ਡਿੱਗ ਪਈ ਤੇ ਦੂਰ ਤੱਕ ਜਿਵੇਂ ਕਿਸੇ ਅਟਲ ਸੱਚਾਈ ਦੀ ਰੌਸ਼ਨੀ ਫੈਲਦੀ ਚਲੀ ਗਈ। ਉਸ ਦਾ ਜਿਸਮ ਇੱਕਦਮ ਜਿਵੇਂ ਹਲਕਾ ਫੁੱਲ ਵਰਗਾ ਹੋ ਗਿਆ। ਜਿਸ ਬੇਪਨਾਹ ਚਮਕ ਨੇ ਉਸ ਨੂੰ ਸਾਲਾਂ ਬੱਧੀ ਬੇਆਰਾਮ ਕਰਕੇ ਰੱਖਿਆ ਸੀ, ਹੁਣ ਉਸਨੇ ਉਸ ਨੂੰ ਉਮਰ ਭਰ ਦੀ ਰਾਹਤ ਦੇ ਦਿੱਤੀ। ਉਹ ਝਟਪਟ ਆਪਣਾ ਪਰਸ ਸੰਭਾਲਦੀ ਹੋਈ ਬਾਜ਼ਾਰ ਵੱਲ ਨੂੰ ਉੱਠ ਦੌੜੀ। ਬੜਾ ਹੀ ਸ਼ਾਨਦਾਰ ਵਿਆਹ ਹੋਇਆ। ਹਰ ਕੋਈ ਖੁਸ਼ ਸੀ। ਉੱਚੀ ਲੰਬੀ ਸੋਹਣੀ ਕੁੜੀ ਨੇ ਸਹੁਰੇ ਘਰ ਵਿੱਚ ਆਪਣੀ ਸੋਹਣੀ ਨੁਹਾਰ ਦਾ ਵਧੀਆ ਪ੍ਰਭਾਵ ਪਾਇਆ। ਅਗਲੇ ਦਿਨ ਜਦੋਂ ਬਹੂ ਨੇ ਪੇਕੇ ਫੇਰਾ ਪਾਉਣ ਜਾਣਾ ਸੀ ਤਾਂ ਉਸ ਨੂੰ ਸਹੁਰਿਆਂ ਦਾ ਸੋਹਣਾ ਲਾਲ ਸੂਟ ਪਵਾਇਆ ਗਿਆ, ਗਹਿਣੇ ਪਾਏ ਗਏ। ਬਹੂ ਅੰਦਰ ਗਹਿਣੇ ਪਾ ਕੇ ਤਿਆਰ ਹੋ ਰਹੀ ਸੀ ਜਦੋਂ ਚੁੱਪ ਕਰਕੇ ਉਸ ਦੇ ਕੋਲ ਜਾ ਕੇ ਖੜੀ ਹੋ ਗਈ ਤੇ ਗੁਲਾਬੀ ਰੰਗੇ ਮੋਮੀ ਕਾਗਜ਼ ਵਿੱਚ ਲਿਪਟੀਆਂ ਹੋਈਆਂ ਚਮਕਦਾਰ ਸੁਨਹਿਰੀ ਚੂੜੀਆਂ ਉਸ ਦੀ ਹਥੇਲੀ 'ਤੇ ਰੱਖ ਦਿੱਤੀਆਂ। ਬਹੂ ਨੇ ਕਾਗਜ਼ ਦੀਆਂ ਤਹਿਾਂ ਖੋਲ੍ਹ ਕੇ ਧਿਆਨ ਨਾਲ ਜਦ ਚੂੜੀਆਂ ਨੂੰ ਦੇਖਿਆ ਤਾਂ ਉਸ ਦੇ ਚਿਹਰੇ 'ਤੇ ਅਜੀਬ ਜਿਹਾ ਰੰਗ ਆਇਆ। ਉਸ ਦੀ ਸੱਸ ਨੇ ਉਸੇ ਵੇਲੇ ਪਿਆਰ ਨਾਲ ਉਸ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਉਸ ਦੀਆਂ ਅੱਖਾਂ ਵਿੱਚ ਝਾਕ ਕੇ ਜਿਵੇਂ ਬਹੁਤ ਹੀ ਭੇਤ ਭਰੇ ਲਹਿਜੇ ਵਿੱਚ ਕਿਹਾ, ਹਾਂ ਬੇਟਾ, ਇਹ ਗੱਲ ਸਿਰਫ ਤੇਰੇ ਤੇ ਮੇਰੇ ਵਿੱਚ ਇੱਕ ਸਾਂਝੀ ਕੰਧ ਵਰਗੀ ਹੈ, ਜਿਸ ਨੂੰ ਜੋ ਵੀ ਢਾਹੇਗਾ ਨੁਕਸਾਨ ਦੋਹਾਂ ਧਿਰਾਂ ਨੂੰ ਪਹੁੰਚੇਗਾ। ਇਹ ਚੂੜੀਆਂ ਤੈਨੂੰ ਆਉਣ ਵਾਲੀਆਂ ਬਹੁਤ ਸਾਰੀਆਂ ਔਖੀਆਂ ਤੇ ਕੌੜੀਆਂ ਘੜੀਆਂ ਵਿੱਚ ਸਾਵਾ ਪੱਧਰਾ ਰੱਖਣਗੀਆਂ। ਬਹੂ ਚੂੜੀਆਂ ਦੀ ਬੇਪਨਾਹ ਚਮਕ ਤੇ ਸੱਸ ਦੀ ਭੇਤ ਭਰੀ ਗੱਲ ਦੇ ਜਲਾਅ ਵਿੱਚ ਡੌਰ ਭਰ ਹੋ ਗਈ ਸੀ ਤੇ ਇਸੇ ਆਲਮ ਵਿੱਚ ਚੂੜੀਆਂ ਵਾਲਾ ਕਾਗਜ਼ ਉਸਨੇ ਆਪਣੇ ਪਰਸ ਵਿੱਚ ਰੱਖ ਲਿਆ। ਧੰਨਵਾਦ।